जी। कबीर जिस मरने ते जग डरै, मेरे मन आनंद मरने ही ते पाइए। पूरन परमानंद मरने ही ते पाइए। पूरन परमानंद। सतनाम। धन वाहिगुरु साहिब जी। आसा जोगी जति तपी सन्यासी, बहु तीरथ भ्रमना। लुंजित मुंजित मौन जटाधर, अंत तऊ मरना। ताते सेवियले राम न रसना। राम नाम हित जाके, कहाँ करे जमना। रहाउ आगम निर्गम ज्योतिक जानहि, बहु बहु व्याकरणा। तंत मंत्र सब ओखद जानहि, अंत तऊ मरना। राज भोग अर छत्र सिंहासन, बहु सुंदर रमना। पान कपूर सुवासक चंदन, अंत तऊ मरना। वेद प्राण सिमरत सब खोजे, कहू ना उबरना। कहो कबीर यूं राम जंपो, मेट जन्म मरना। वेद पुराण सिमरत सब खोजे, कहू ना उबरना। कहो कबीर यूं राम जंपो, मेट जन्म मरना। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहब महाराज जी की पावन पवित्र पाक हजूरी विच सुभाईमान सतसंगी जनों, सतगुरां ने पार कृपा की। संध्या वेले गुरु घर दे विच जुड़ बैठन का सुभाग समा प्राप्त होया है। भगतां दी बाणी की लड़ीवार विचार जो पिछले दिनों तो गुरु कृपा सदका आरंभ की हुई है। विचार दे अधीन
ਆਸਾ ਰਾਗ ਦਾ ਇਹ ਪੰਜਵਾਂ ਸ਼ਬਦ ਪਾਵਨ ਅੰਕ 476 ਦੇ ਉੱਤੇ ਦਰਜ ਹੈ। ਸੋ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਕਰਾਂਗੇ। ਮੂਲ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਮਨੋਬਿਰਤੀਆਂ ਇਕਾਗਰ ਕਰੋ ਜੀ। ਪ੍ਰੇਮ ਸਹਿਤ ਸਾਹਿਬਾਂ ਨੂੰ ਝੁਕਾਓ ਸੀਸ। ਮਨੋਬਿਰਤੀਆਂ ਇਕਾਗਰ ਕਰੋ। ਗੁਰੂ ਮੰਤਰ ਦੀ ਸਾਂਝ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਰਾਹੀਂ ਇਹ ਦ੍ਰਿਸ਼ ਖਿੱਚਿਆ ਹੈ ਕਿ ਮਨੁੱਖ ਆਦਿ ਕਾਲ ਤੋਂ ਆਪਣੇ ਜਨਮ ਮਰਨ ਨੂੰ ਮਿਟਾਉਣ ਲਈ, ਜਨਮ ਮਰਨ ਦੇ ਗੇੜ ਤੋਂ ਬਚਣ ਲਈ ਬਹੁਤ ਸਾਰੇ ਉੱਦਮ ਉਪਰਾਲੇ ਕਰਦਾ ਆ ਰਿਹਾ ਹੈ। ਤੇ ਇਹ ਮਨੁੱਖ ਆਦਿ ਕਾਲ ਤੋਂ ਇੱਦਾਂ ਦੇ ਉਪਰਾਲੇ ਕਰਦਾ ਹੀ ਆ ਰਿਹਾ ਹੈ ਤੇ ਕਰਦਾ ਪਿਆ ਹੈ। ਪਰ ਮਨੁੱਖ ਜਿਨ੍ਹਾਂ ਯਤਨਾਂ ਦੇ ਰਾਹੀਂ ਜਨਮ ਮਰਨ ਦੀ ਗੇੜ ਤੋਂ ਮੁਕਤ ਹੋਣਾ ਚਾਹੁੰਦਾ ਹੈ, ਉਸ ਤਰੀਕੇ ਦੇ ਨਾਲ ਕਹਿੰਦੇ ਇਸ ਨੂੰ ਮੁਕਤੀ ਹਾਸਲ ਨਹੀਂ ਹੋਈ। ਇਸ ਕਰਕੇ ਕਬੀਰ ਸਾਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਅਤੇ ਸਾਨੂੰ ਪ੍ਰੇਰਨਾ ਕੀਤੀ। ਆਖਣ ਲੱਗੇ ਤਾਤੇ ਸੇਵੀਅਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾਕੈ ਕਹਾਂ ਕਰੈ ਜਮਨਾ ਰਹਾਉ। ਆਖਣ ਲੱਗੇ ਜਦੋਂ ਮੈਂ ਸੰਸਾਰ ਨੂੰ ਦੇਖਦਾ ਹਾਂ, ਇਸ ਸੰਸਾਰ ਦੇ ਵਿੱਚ ਬੇਅੰਤ ਤਰ੍ਹਾਂ ਦੇ ਭੇਖ ਨੇ, ਧਾਰਮਿਕ ਗ੍ਰੰਥਾਂ ਦੇ ਪਾਠ ਪਠਨ ਨੇ, ਸੰਸਾਰ ਦੇ ਵਿੱਚ ਰਾਜ ਪਾਠ ਦੀਆਂ ਮੌਜਾਂ ਨੇ, ਬੇਅੰਤ ਪ੍ਰਕਾਰ ਦੇ ਹਾਰ ਸ਼ਿੰਗਾਰ ਸੁਗੰਧੀਆਂ ਨੇ। ਤੇ ਉਹਨਾਂ ਯਤਨਾਂ ਨੂੰ ਲੋਕਾਂ ਨੇ ਸਮਝ ਲਿਆ ਸ਼ਾਇਦ ਇਹ ਮੁਕਤੀ ਦੇ ਸਾਧਨ ਹਨ। ਪਰ ਮੈਨੂੰ ਸਮਝ ਆ ਗਈ ਹੈ ਕਿ ਉਹਨਾਂ ਵਿੱਚੋਂ ਅੱਜ ਤੱਕ ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ। ਇਹਨਾਂ ਵਿਕਾਰਾਂ ਤੋਂ, ਇਹਨਾਂ ਦੁੱਖਾਂ ਤੋਂ ਜੋ ਨਿਮਰਤੀ ਹੈ ਜਾਂ ਮੁਕਤੀ ਹੈ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਹੋ ਸਕਦੀ ਹੈ। ਇਸ ਕਰਕੇ ਆਖਣ ਲੱਗੇ ਕਹਿੰਦੇ ਤਾਂਤੇ ਸੇਵੀ ਅਲੇ ਰਾਮ ਨਾ। ਆਓ ਕਿ ਕਹਿਣਾ ਚਾਹੁੰਦੇ ਨੇ ਸਭ ਤੋਂ ਚੰਗੀ ਗੱਲ ਇਹ ਸਮਝ ਆਈ ਕਿ ਪ੍ਰਭੂ ਦੇ ਨਾਮ ਨੂੰ ਸਿਮਰਿਆ ਜਾਏ, ਉਹਨੂੰ ਸੇਵਿਆ ਜਾਏ। ਆਓ ਕਿ ਸਾਰੀਆਂ ਗੱਲਾਂ ਨੂੰ ਸੋਚ ਕੇ, ਵਿਚਾਰ ਕੇ, ਪਰਖ ਕੇ ਮਨ ਵਿੱਚ ਇਹ ਗੱਲ ਪੱਕੀ ਹੋਈ ਕਿ ਸਭ ਤੋਂ ਚੰਗੀ ਜੇ ਕੋਈ ਗੱਲ ਹੈ ਜੀਵਨ ਨੂੰ ਮੁਕਤ ਹੋਣ ਵਾਸਤੇ ਤੇ ਉਹ ਹੈ ਪ੍ਰਭੂ ਦਾ ਨਾਮ। ਇਸ ਕਰਕੇ ਪ੍ਰਭੂ ਦਾ ਨਾਮ ਸਿਮਰਿਆ ਜਾਏ। ਔਰ ਆਖਣ ਲੱਗੇ ਕਹਿੰਦੇ ਨੇ ਰਸਨਾ ਰਾਮ ਨਾਮ ਹਿਤ ਜਾਕੈ ਕਹਾਂ ਕਰੈ ਜਮਨਾ। ਆਖਣ ਲੱਗੇ ਜੋ ਮਨੁੱਖ ਜੀਵ ਨਾਲ ਨਾਮ ਸਿਮਰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਤਾਂ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਪ੍ਰਭੂ ਦਾ ਜਿਹੜਾ ਪਿਆਰ ਹੈ, ਪ੍ਰਭੂ ਦਾ ਜਿਹੜਾ ਹਿਤ ਹੈ, ਉਹ ਪੈਦਾ ਹੋ ਜਾਂਦਾ ਹੈ। ਨਾਮ ਨੂੰ ਜਪ ਜਪ ਕੇ, ਪਰਮਾਤਮਾ ਦੀ ਸਿਫਤ ਸਲਾਹ ਕਰਕੇ
ਅੰਦਰ ਪ੍ਰਭੂ ਪਿਆਰ ਪੈਦਾ ਹੋ ਜਾਂਦਾ ਹੈ। ਅਤੇ ਕਬੀਰ ਸਾਹਿਬ ਕਹਿੰਦੇ ਜਦੋਂ ਪ੍ਰਭੂ ਦਾ ਹਿਤ, ਪ੍ਰਭੂ ਦਾ ਪਿਆਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਕਹਾਂ ਕਰੈ ਜਮਨਾ। ਜਮਨਾ ਦਾ ਅਰਥ ਹੈ ਜਮ। ਆਖਣ ਲੱਗੇ ਕਹਿੰਦੇ ਫਿਰ ਜਮ ਉਸ ਦਾ ਕੁਛ ਨਹੀਂ ਵਿਗਾੜ ਸਕਦਾ, ਕਿਉਂਕਿ ਉਸਨੇ ਆਪਣਾ ਜਨਮ ਤੇ ਮਰਨ ਮੁਕਾ ਲਿਆ ਸਿਮਰਨ ਕਰਕੇ, ਰਸਨਾ ਨਾਲ ਪ੍ਰਭੂ ਦੀ ਸਿਵਸਲਾ ਕਰਕੇ ਉਸਦੇ ਨਾਲ ਪਿਆਰ ਪਾ ਲਿਆ। ਹੁਣ ਉਹ ਪਿਆਰੇ ਦੇ ਨੇੜੇ ਹੁਣ ਜਮ ਨਹੀਂ ਆਉਂਦਾ। ਜਿਹਨੂੰ ਗੁਰਬਾਣੀ ਵਿੱਚ ਹੋਰ ਥਾਂ ਵੀ ਲਿਖਿਆ ਸਤਿਗੁਰਾਂ ਨੇ ਕਿ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਨਾਮ 'ਚ ਤਾਕਤ ਐਸੀ ਹੈ। ਪ੍ਰਭੂ ਦੇ ਪ੍ਰੇਮ ਦੇ ਵਿੱਚ ਐਸੀ ਤਾਕਤ ਹੈ ਜਿਹਨੂੰ ਇਹ ਪ੍ਰੇਮ ਹਾਸਲ ਹੋ ਜਾਂਦਾ ਹੈ, ਜਿਸ ਦੀ ਰਸਨਾ ਤੋਂ ਪ੍ਰਭੂ ਦਾ ਨਾਮ ਚੱਲ ਪੈਂਦਾ ਹੈ, ਫਿਰ ਇਹ ਜਮ ਉਸਦਾ ਕੁਛ ਨਹੀਂ ਵਿਗਾੜ ਸਕਦਾ। ਜਿਸ ਤਰ੍ਹਾਂ ਕੈਲਮਾ ਜਮ ਦਾ ਉਸਨੂੰ ਕੋਈ ਡਰ ਨਹੀਂ ਰਹਿੰਦਾ। ਅਤੇ ਅੱਜ ਦਾ ਮੁੱਖ ਭਾਗ ਵੀ ਸਤਿਗੁਰੂ ਜੀ ਨੇ ਇਹੀ ਬਖਸ਼ਿਸ਼ ਕੀਤਾ। ਗੁਰੂ ਮਹਾਰਾਜ ਆਖਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਨ। ਅਤੇ ਆਖਣ ਲੱਗੇ ਕਹਿੰਦੇ ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਨ। ਅਤੇ ਮਰ ਕਹਿੰਦੇ ਜਨਮ ਮਰਨ ਦੋਹੂੰ ਤੇ ਛੁਟੈ, ਭਵਜਲ ਜਗਤ ਤਰਾਇਨ। ਜੇ ਤੂੰ ਨਾਮ ਜਪੇਂਗਾ ਨਾ ਰਸਨਾ ਨਾਲ, ਗੋਪਾਲ ਦੇ ਗੁਣ ਗਾਉਂਦੇ ਹਾਂ, ਰਸਨਾ ਨਾਲ ਸਿਫਤ ਕਰਦੇ ਹਾਂ, ਸਤਿਗੁਰ ਆਖਦੇ ਨੇ, ਅਤੇ ਜੀਵਨ ਵਿੱਚ ਕੀ ਹੁੰਦਾ ਹੈ? ਆਤਮਿਕ ਸ਼ਾਂਤੀ, ਆਤਮਿਕ ਸੁੱਖ, ਆਤਮਿਕ ਖੁਸ਼ੀ ਪ੍ਰਾਪਤ ਹੁੰਦੀ ਹੈ ਅਤੇ ਸਾਰੇ ਦੁੱਖ ਪਲਾਇਨ ਕਰ ਜਾਂਦੇ ਹਨ। ਅਤੇ ਜੋ ਉਹ ਮੰਗਦਾ ਹੈ ਉਹੀ ਪ੍ਰਾਪਤ ਕਰ ਲੈਂਦਾ। ਇਸ ਕਰਕੇ ਮਰ ਕਹਿੰਦੇ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ, ਅਤੇ ਸਿਮਰਨ ਕਰਦਾ ਰਹੇਗਾ ਅਤੇ ਜਨਮ ਮਰਨ ਤੋਂ ਤੇਰਾ ਛੁਟਕਾਰਾ ਹੋ ਜਾਏਗਾ ਅਤੇ ਇਸ ਭਵ ਸਾਗਰ ਨੂੰ ਤੂੰ ਤਰ ਜਾਏਗਾ, ਪਾਰ ਹੋ ਜਾਏਗਾ। ਕਿਉਂਕਿ ਸੰਸਾਰ ਦੇ ਬੇਅੰਤ ਲੋਕ ਯਤਨ ਕਰ ਰਹੇ ਹਨ, ਬੇਅੰਤ ਲੋਕ ਆਦਿ ਕਾਲ ਤੋਂ ਹੀ। ਇਸ ਕਰਕੇ ਕਬੀਰ ਸਾਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਕਿ ਜਨਮ ਮਰਨ ਤੋਂ ਬਚਣਾ ਚਾਹੁੰਦੇ ਨੇ। ਇਹ ਜਨਮ ਮਰਨ ਦੀ ਜੋ ਬਾਰ ਦੀ ਖੇਡ ਹੈ, ਇਸ ਨੂੰ ਮੁਕਾਉਣਾ ਚਾਹੁੰਦੇ ਨੇ, ਆਉਣਾ ਜਾਣਾ ਮੁਕਾਉਣਾ ਚਾਹੁੰਦੇ ਹਨ, ਮੁਕਤ ਹੋਣਾ ਚਾਹੁੰਦੇ ਹਨ। ਅਤੇ ਕਬੀਰ ਸਾਹਿਬ ਕਹਿੰਦੇ ਮੈਨੂੰ ਇੱਕੋ ਹੀ ਗੱਲ ਸਮਝ ਆਈ ਕਿ ਪਰਮਾਤਮਾ ਦਾ ਸਿਮਰਨ ਉਸਦੀ ਯਾਦ ਹੀ ਹੈ ਜੋ ਜਨਮ ਮਰਨ ਤੋਂ ਸਾਨੂੰ ਮੁਕਤ ਕਰ ਸਕਦੀ ਹੈ। ਪਹਿਲੇ ਬੰਦ ਵਿੱਚ ਫਿਰ ਜ਼ਿਕਰ ਕੀਤਾ, ਆਖਣ ਲੱਗੇ ਜੋਗੀ ਜਤੀ ਤਪੀ ਸੰਨਿਆਸੀ ਅਰ ਜੋਗੀ ਪਾਓ ਕਿ ਯੋਗ ਸਾਧਨਾ ਕਰਨ ਵਾਲੇ। ਕਿਉਂਕਿ ਕਈ ਲੋਕ ਜੋਗੀ ਹਨ ਜੋ ਰੱਬ ਨਾਲ ਆਪਣੇ ਤਰੀਕੇ ਨਾਲ ਸਮਾਧੀਆਂ ਲਾ ਕੇ ਜੁੜਦੇ ਨੇ। ਤਪੀ ਦਾ ਅਰਥ ਹੈ ਤਪਸਵੀ। ਕੋਈ ਧੂਣਾ ਤਪਾਉਣ ਵਾਲਾ ਹੈ, ਕੋਈ ਪੁੱਠਾ ਲਟਕਣ ਵਾਲਾ ਹੈ, ਕੋਈ ਬਰਫ਼ ਦੇ ਵਿੱਚ ਜਾ ਕੇ ਬੈਠਣ ਵਾਲਾ ਹੈ, ਕੋਈ ਪਹਾੜਾਂ ਦੀ ਕੰਦਰਾਂ ਵਿੱਚ ਬੈਠ ਕੇ ਤਪ ਕਰਨ ਵਾਲਾ ਹੈ। ਆਖਣ ਲੱਗੇ ਜੋਗੀ ਜਤੀ ਤਪੀ ਸੰਨਿਆਸੀ। ਕਈ ਲੋਕ ਜੋਗੀ ਹਨ, ਤਪੀ ਹਨ, ਜਤੀ ਹਨ, ਸੰਨਿਆਸੀ ਹਨ, ਅਤੇ ਬਹੁਤ ਤੀਰਥ ਭ੍ਰਮਣਾ ਅਤੇ ਬਹੁਤ ਤੀਰਥਾਂ 'ਤੇ ਜਾਣ ਵਾਲੇ ਵੀ ਹਨ। ਕਿਉਂਕਿ ਉਹਨਾਂ ਦਾ ਜ਼ਿਕਰ ਕਰ ਰਹੇ ਹਨ। ਔਰ ਇਹ ਸਾਰੇ ਕਰਮ ਇਸ ਕਰਕੇ ਕੀਤੇ ਜਾ ਰਹੇ ਨੇ ਕਿ ਜਨਮ ਮਰਨ ਦੀ ਇਹ ਜਿਹੜੀ ਖੇਡ ਹੈ ਜਾਂ ਆਉਣਾ ਜਾਣਾ ਹੈ, ਇਸ ਤੋਂ ਖਲਾਸੀ ਹੋ ਜਾਏ। ਜਿਤਨੇ ਵੀ ਕਰਮ ਇਹ ਧਾਰਮਿਕ ਹੋ ਰਹੇ ਨੇ, ਇਹਨਾਂ ਕਰਮਾਂ ਦੇ ਪਿੱਛੇ ਮਨੁੱਖ ਦਾ ਇੱਕੋ ਹੀ ਮਨ ਵਿੱਚ ਖਿਆਲ ਹੈ ਕਿ ਇਹਨਾਂ ਕਰਮਾਂ ਨੂੰ ਕਰਕੇ ਮੈਂ ਮੁਕਤ ਹੋ ਜਾਵਾਂਗਾ। ਪਰ ਕਬੀਰ ਸਾਹਿਬ ਆਖਣ ਲੱਗੇ ਬਹੁਤ ਸਾਰੇ ਲੋਕ ਤੀਰਥਾਂ 'ਤੇ ਜਾਂਦੇ ਨੇ
ਤੀਰਥਾਂ ਦਾ ਰਟਨ ਕਰਦੇ ਨੇ ਤੇ ਇੱਥੇ ਬਸ ਨਹੀਂ। ਲੁੰਜਿਤ ਮੁੰਜਿਤ ਮੋਨ ਜਟਾਧਰ ਅੰਤ ਤਉ ਮਰਨਾ। ਲੁੰਜਿਤ ਜਿਹੜੇ ਲੋਕ ਆਪਣੇ ਬਾਲਾਂ ਨੂੰ ਪੁੱਟਦੇ ਸਨ, ਜਿਹੜੇ ਸਰੇਵੜੇ ਹੁੰਦੇ ਸਨ, ਉਹ ਕੀ ਕਰਦੇ ਸਨ ਕਿ ਆਪਣੇ ਬਾਲਾਂ ਨੂੰ ਕੱਟਦੇ ਨਹੀਂ ਸਨ, ਪੁੱਟਦੇ ਸਨ। ਪੁੱਟ ਪੁੱਟ ਕੇ ਬਿਲਕੁਲ ਆਪਣੇ ਸਰੀਰ ਦੇ ਉੱਤੇ ਬਾਲ ਨਹੀਂ ਸੀ ਰਹਿਣ ਦਿੰਦੇ, ਸਾਰੇ ਬਾਲ ਪੁੱਟ ਲੈਂਦੇ ਸਨ। ਮੁੰਜਿਤ ਦਾ ਅਰਥ ਹੈ ਜਿਹੜੀ ਮੂੰਜ ਭਾਉ ਧਾਨ ਦੇ ਜਿਹੜੀ ਪਰੇਲ ਹੁੰਦੀ ਹੈ ਨਾ, ਉਹਦਾ ਕੱਪੜਾ ਤਿਆਰ ਕਰਕੇ ਲੰਗੋਟੀ ਬੰਨ੍ਹ ਲੈਣੀ ਆਪਣੇ ਲੱਕ ਦੇ ਉੱਤੇ। ਇਹਨੇ ਲੁੰਜਿਤ ਮੁੰਜਿਤ ਮੋਨ ਜਟਾਧਰ, ਸਰੇਵੜੇ ਹਨ, ਬੈਰਾਗੀ ਹਨ, ਮੋਨੀ ਹਨ, ਜਟਾਧਾਰੀ ਹਨ। ਪਰ ਕਬੀਰ ਸਾਹਿਬ ਕਹਿੰਦੇ ਇਹ ਸਾਰੇ ਸਾਧਨ ਕਰਦਿਆਂ ਵੀ ਜਨਮ ਮਰਨ ਦਾ ਗੇੜ ਬਣਿਆ ਹੀ ਰਹਿੰਦਾ ਹੈ। ਕਿਉਂਕਿ ਇਤਨੇ ਯਤਨ ਕਰਨ ਤੋਂ ਬਾਅਦ, ਇਤਨੇ ਸੰਜਮ ਦੇ ਵਿੱਚ ਰਹਿਣ ਤੋਂ ਬਾਅਦ ਵੀ ਕਹਿੰਦੇ ਇਹ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਕੱਟਿਆ ਨਹੀਂ ਜਾਂਦਾ, ਇਸ ਤੋਂ ਖਲਾਸੀ ਨਹੀਂ ਹੁੰਦੀ। ਫਿਰ ਮੈਂ ਬੇਨਤੀ ਕਰਾਂ, ਜਿਤਨੇ ਵੀ ਸਾਧਨ ਅੱਜ ਤੱਕ ਮਨੁੱਖ ਨੇ ਅਪਣਾਏ ਨੇ, ਉਹਨਾਂ ਦੇ ਪਿੱਛੇ ਇੱਕੋ ਹੀ ਗੱਲ ਸੀ ਕਿ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ। ਔਰ ਕਬੀਰ ਸਾਹਿਬ ਜੀ ਨੇ ਇਸ ਗੱਲ ਨੂੰ ਬੜੇ ਨੇੜੇ ਹੋ ਕੇ ਵੇਖਿਆ, ਕਿਉਂਕਿ ਬਨਾਰਸ ਜਿੱਥੇ ਆਪ ਜੀ ਰਹਿੰਦੇ ਸਨ, ਬੜੀ ਧਾਰਮਿਕ ਨਗਰੀ, ਹਰ ਕਿਸਮ ਦੇ ਲੋਕ, ਹਰ ਇੱਕ ਫਿਰਕੇ ਨਾਲ ਸੰਬੰਧ ਰੱਖਣ ਵਾਲੇ ਲੋਕ ਉੱਥੇ ਆਉਂਦੇ ਜਾਂਦੇ ਰਹਿੰਦੇ ਸਨ। ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਕਿਰਦਾਰ ਨੂੰ ਨੇੜੇ ਹੋ ਕੇ ਵੇਖਿਆ ਕਬੀਰ ਸਾਹਿਬ ਜੀ ਨੇ। ਇਸ ਕਰਕੇ ਉਹਨਾਂ ਨੇ ਆਖਿਆ ਕਿ ਇਹ ਸਾਰੇ ਸਾਧਨ ਕਰਨ ਵਾਲੇ ਲੋਕ ਮੈਂ ਵੇਖੇ ਹਨ, ਪਰ ਇਹ ਕੁਛ ਕਰਨ ਤੋਂ ਬਾਅਦ ਵੀ ਕਹਿੰਦੇ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਇਹ ਬਣਿਆ ਹੀ ਰਹਿੰਦਾ ਹੈ। ਇਤਨੇ ਕਰਮ ਕਰਨ ਤੋਂ ਬਾਅਦ ਵੀ ਖਲਾਸੀ ਨਹੀਂ ਹੁੰਦੀ। ਮੈਂ ਉਹਨਾਂ ਦਾ ਜੀਵਨ ਮੁਕਤ ਨਹੀਂ ਵੇਖਿਆ, ਕਿਉਂਕਿ ਜਿੰਨਾ ਚਿਰ ਤੱਕ ਵਾਸਨਾਵਾਂ ਨੇ, ਵਿਕਾਰ ਨੇ, ਲਾਲਸਾਵਾਂ ਨੇ, ਭੁੱਖ ਹੈ ਅੰਦਰ ਦੀ, ਭੁੱਖ ਇਕੱਲੀ ਮਾਇਆ ਦੀ ਨਹੀਂ ਹੁੰਦੀ, ਭੋਜਨ ਦੀ ਨਹੀਂ ਹੁੰਦੀ, ਭੁੱਖ ਆਪਣੀ ਵਡਿਆਈ ਦੀ ਵੀ ਹੁੰਦੀ ਹੈ ਲੋਕਾਂ ਨੂੰ, ਕਿ ਸਾਡੀ ਜੈ ਜੈਕਾਰ ਹੋਵੇ। ਭੁੱਖ ਦੀਆਂ ਕਈ ਕਿਸਮਾਂ ਨੇ। ਜਿਵੇਂ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜਦੋਂ ਵਿਚਰਦੇ ਸਨ ਤਾਂ ਉਹਨਾਂ ਦਿਨਾਂ ਵਿੱਚ ਭਾਈ ਮੂਲੇ ਦੇ ਘਰ ਰੁਕਦੇ ਨੇ ਕੁਛ ਸਮਾਂ। ਉੱਥੋਂ ਫਿਰ ਭਾਈ ਮੂਲੇ ਨੂੰ ਲੈ ਕੇ ਇੱਕ ਨਗਰ 'ਚ ਜਾਂਦੇ ਨੇ। ਉੱਥੇ ਇੱਕ ਸਾਧੂ ਹੈ ਜਿਸ ਨੇ ਕਿ 40 ਦਿਨ ਦਾ ਵਰਤ ਰੱਖਿਆ, ਹਰ ਸਾਲ ਰੱਖਦਾ ਸੀ, ਇਸ ਸਾਲ ਵੀ ਰੱਖਿਆ। ਕੁਛ ਦਿਨ ਗੁਰੂ ਨਾਨਕ ਪਾਤਸ਼ਾਹ ਉੱਥੇ ਵਿਚਰਦੇ ਨੇ, ਲੋਕਾਂ ਨੂੰ ਮਿਲਦੇ ਨੇ ਤੇ ਅਨੁਭਵ ਕਰਦੇ ਹਨ ਵੀ ਇਹ ਕਰਦਾ ਕੀ ਹੈ। ਲੋਕ ਉਸਦੀ ਬੜੀ ਵਡਿਆਈ ਕਰਦੇ ਸਨ, ਬੜਾ ਭਜਨੀਕ ਹੈ, ਬੜਾ ਬੰਦਗੀ ਵਾਲਾ ਹੈ। ਸਾਡੇ ਲਈ 40 ਦਿਨ ਇਸਨੇ ਵਰਤ ਰੱਖਣਾ ਹੈ, ਸਾਡੀ ਚੜ੍ਹਦੀ ਕਲਾ ਲਈ, ਸਾਡੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ, ਨਗਰ ਦੀ ਚੜ੍ਹਦੀ ਕਲਾ ਲਈ। ਦੇਖੋ ਸਾਡੇ ਵਾਸਤੇ ਕਿਤਨਾ ਕੁਛ ਕਰ ਰਿਹਾ, 40 ਦਿਨ ਕੁਛ ਖਾਵੇਗਾ ਨਹੀਂ। ਔਰ ਸਾਡੇ ਕੋਲੋਂ ਕੁਛ ਮੰਗਦਾ ਵੀ ਨਹੀਂ, ਵੀ 40 ਦਿਨ ਵਰਤ ਰੱਖਣ ਤੋਂ ਬਾਅਦ ਕੋਈ ਮੰਗ ਵੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਵਿਚਾਰ ਕੇ ਆਖਿਆ, ਤੁਸੀਂ ਕਹਿੰਦੇ ਹੋ ਇਸ ਦੀ ਕੋਈ ਮੰਗ ਨਹੀਂ, ਇਹ 40 ਦਿਨ ਭੁੱਖਾ ਰਹਿੰਦਾ ਹੈ, ਪਰ ਤੁਸੀਂ ਗਲਤ ਹੋ, ਇਸ ਦੀ ਮੰਗ ਵੀ ਹੈ ਔਰ ਇਸ ਦੀ ਭੁੱਖ ਵੀ ਹੈ। ਉਹ ਕਹਿਣ ਲੱਗੇ ਭੁੱਖ ਕੀ ਹੈ ਦੱਸੋ? ਕਹਿੰਦੇ ਨੂੰ ਭੁੱਖ ਹੈ ਆਪਣੀ ਵਡਿਆਈ ਦੀ। ਤੁਸੀਂ ਲੋਕ ਇਸ ਦੀ ਵਡਿਆਈ ਕਰਦੇ ਹੋ, ਜੈ ਜੈਕਾਰ ਕਰਦੇ ਹੋ। ਕਹਿੰਦੇ ਨੇ ਇਹ ਆਪਣੀ ਇੱਜ਼ਤ ਦੀ ਮੰਗ ਕਰਦਾ, ਇਹਦੇ ਵਿੱਚ ਆਪਣੀ ਇਨਸਾਨੀਅਤ
ਜਾਂ ਆਪਣੀ ਸ਼ਾਨ ਸਮਝਦਾ ਵੀ ਮੈਂ ਬਹੁਤ ਵੱਡਾ ਕੰਮ ਕਰ ਦਿੱਤਾ। ਅਹੰਕਾਰ ਵੱਧਦਾ ਇਹਦਾ, ਅਤੇ ਅਹੰਕਾਰ ਵਸ ਹੋਇਆ ਪ੍ਰਾਣੀ ਜਿਵੇਂ ਜਿਵੇਂ ਅਹੰਕਾਰ ਵੱਧਦਾ ਹੈ ਨਾ, ਉਹਨੂੰ ਬੜੀ ਖੁਸ਼ੀ ਮਿਲਦੀ ਹੈ, ਕਿਉਂਕਿ ਉਹਦੇ ਅਹੰਕਾਰ 'ਚ ਵਾਧਾ ਹੋ ਰਿਹਾ, ਉਹਦੀ ਮੈਂ 'ਚ ਵਾਧਾ ਹੋ ਰਿਹਾ, ਉਹਦੀ ਜੈ ਜੈਕਾਰ ਦਾ ਨਾਮ ਸੁਣਦਾ ਹੈ, ਆਪਣੀ ਮੈਂ ਦਾ ਨਾਂ ਸੁਣਦਾ, ਅਤੇ ਮੈਂ ਸੁਣ ਕੇ ਬੜਾ ਖੁਸ਼ ਹੁੰਦਾ ਹੈ ਬੰਦਾ। ਗੁਰੂ ਸਾਹਿਬ ਜੀ ਨੇ ਕਿਹਾ ਕਿ ਜੇ ਤੁਸੀਂ ਇਸ ਦਾ ਅਸਲੀ ਰੂਪ ਦੇਖਣਾ ਚਾਹੁੰਦੇ ਹੋ ਤਾਂ ਫਿਰ ਇੱਕ ਕੰਮ ਕਰੋ ਕਿ ਜਿਸ ਦਿਨ ਲਾਸਟ ਦਿਨ ਹੋਵੇਗਾ, 40ਵਾਂ ਦਿਨ ਹੋਵੇਗਾ, ਉਸ ਦਿਨ ਕਿਸੇ ਨੇ ਇਹਦੇ ਡੇਰੇ ਵੱਲ ਨਹੀਂ ਜਾਣਾ ਜਿੱਥੇ ਇਹ ਬੈਠਾ ਹੋਇਆ। ਦੂਰੋਂ ਦੂਰੋਂ ਲੋਕ ਆਉਂਦੇ ਸਨ। ਉਹਨਾਂ ਲੋਕਾਂ ਨੂੰ ਇੱਕ ਥਾਂ 'ਤੇ ਨਗਰ ਤੋਂ ਬਾਹਰ ਗੁਰੂ ਨਾਨਕ ਪਿਤਾ ਮਹਾਰਾਜ ਨੇ ਨਗਰ ਦੇ ਮੁਖੀਆਂ ਨਾਲ ਮਿਲ ਕੇ ਰੋਕ ਲਿਆ, ਔਰ ਸਾਰਿਆਂ ਨੂੰ ਇੱਕ ਗੱਲ ਦਿਖਾਉਣਾ ਚਾਹੁੰਦੇ ਨੇ ਵੀ ਤੁਸੀਂ ਕਹਿੰਦੇ ਹੋ ਕਿ ਇਹ ਕੋਈ ਖੁਰਾਕ ਨਹੀਂ ਲੈ ਰਿਹਾ, ਇਹ ਵਰਤ ਰੱਖਦਾ ਹੈ, ਪਰ ਇਸ ਨੂੰ ਆਪਣੀ ਵਡਿਆਈ ਦੀ ਬਹੁਤ ਵੱਡੀ ਭੁੱਖ ਹੈ ਔਰ ਖੁਰਾਕ ਇਹ ਲੈ ਰਿਹਾ ਹੈ, ਜਿਹੜਾ ਤੁਸੀਂ ਇਹਦਾ ਮਾਣ ਸਨਮਾਨ ਕਰਦੇ ਹੋ। ਕਿਉਂਕਿ ਲੋਕ ਢੋਲ ਵਜਾਉਂਦੇ ਸਨ, ਨੱਚਦੇ ਕੁੱਦਦੇ ਸਨ, ਜੈ ਜੈਕਾਰ ਕਰਦੇ ਸਨ, ਉਸਦੇ ਉੱਤੇ ਨੋਟ ਵਾਰਦੇ ਸਨ, ਫੁੱਲਾਂ ਦੇ ਹਾਰ ਬਣਾ ਕੇ ਉਹਦੇ ਗਲੇ ਵਿੱਚ ਪਾਉਂਦੇ ਸਨ, ਬੜੀ ਜੈ ਜੈਕਾਰ। ਲੋਕ ਮੋਢਿਆਂ 'ਤੇ ਉਠਾ ਲੈਂਦੇ ਸਨ ਵੀ ਧੰਨ ਹੈ ਸਾਧੂ, ਐਡੀ ਤਪੱਸਿਆ। ਅੱਜ ਜਦੋਂ 40ਵਾਂ ਦਿਨ ਹੋਇਆ, ਉਸਨੇ ਬਾਹਰ ਆਉਣਾ ਸੀ, ਵਰਤ ਤੋੜਨਾ ਸੀ, ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਨਾ ਕੋਈ ਢੋਲ, ਨਾ ਕੋਈ ਗਾਉਣ ਵਾਲਾ, ਨਾ ਕੋਈ ਵੇਖਣ ਵਾਲਾ, ਨਾ ਉਸਦਾ ਨਾਮ ਲੈਣ ਵਾਲਾ, ਨਾ ਕੋਈ ਜੈ ਜੈਕਾਰ ਕਰਨ ਵਾਲਾ। ਹੈਰਾਨੀ ਦੀ ਗੱਲ, ਜਦੋਂ ਢੋਲ ਦੀ ਆਵਾਜ਼ ਨਾ ਆਈ, ਸਮਾਂ ਹੋ ਗਿਆ, ਬਾਹਰ ਨਿਕਲ ਕੇ ਦੇਖਦਾ ਅਤੇ ਆਸੇ ਪਾਸੇ ਕੋਈ ਵੀ ਨਹੀਂ ਹੈ। ਮੂਰਛਿਤ ਹੋ ਕੇ ਡਿੱਗ ਜਾਂਦਾ ਹੈ, ਬੇਹੋਸ਼ ਹੋ ਜਾਂਦਾ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਸਾਰਿਆਂ ਨੂੰ ਲੈ ਕੇ ਆਉਂਦੇ ਹੋ। ਤੁਸੀਂ ਕਹਿ ਰਹੇ ਸੀ ਕਿ ਇਹ ਦੇਖੋ ਸਾਡੇ ਵਾਸਤੇ ਕਿੰਨਾ ਕੁਛ ਕਰਦਾ ਹੈ। ਫਿਰ ਢੋਲ ਵੱਜਦੇ ਨੇ, ਲੋਕ ਇਕੱਠੇ ਹੁੰਦੇ ਨੇ, ਅਤੇ ਲੋਕਾਂ ਨੂੰ ਇਹ ਸਾਰਾ ਦ੍ਰਿਸ਼ ਦਿਖਾ ਦਿੱਤਾ ਗੁਰੂ ਪਿਤਾ ਮਹਾਰਾਜ ਨੇ ਕਿ ਇਸ ਨੂੰ ਇਹ ਭੁੱਖ ਹੈ ਆਪਣੀ ਵਡਿਆਈ ਦੀ। ਤੁਸੀਂ ਜਿਹੜੇ ਢੋਲ ਵਜਾਉਂਦੇ ਹੋ, ਫੁੱਲ ਮਾਲਾ ਦੇ ਹਾਰ ਪਾਉਂਦੇ ਹੋ, ਹੋਰ ਜਿਹੜੀਆਂ ਇਹ ਚੀਜ਼ਾਂ ਤੁਸੀਂ ਕਰਦੇ ਹੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਤੋਂ ਇਸ ਨੂੰ ਜਿਹੜੀ ਉਹ ਖੁਰਾਕ ਮਿਲਦੀ ਹੈ ਆਪਣੀ ਵਡਿਆਈ ਵਿੱਚੋਂ। ਹੋਮੇ ਦਾ ਚੋਗਾ ਪੈਂਦਾ ਇਸ ਨੂੰ। ਇਹ ਹੋਮੇ ਦੇ ਆਸਰੇ 40 ਦਿਨ ਰਹਿ ਜਾਂਦਾ ਹੈ। ਪਰ ਯਾਦ ਰੱਖਿਓ, ਇਸ ਤਰ੍ਹਾਂ ਦੇ ਜਿਹੜੇ ਕਰਮ ਕਾਂਡ ਨੇ, ਇਸ ਤਰ੍ਹਾਂ ਦੀ ਜਿਹੜੀ ਗੱਲਾਂ ਨੇ, ਸਮਾਜ ਦੇ ਉੱਤੇ ਪ੍ਰਭਾਵ ਪਾਇਆ ਜਾ ਸਕਦਾ ਹੈ, ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਪਰ ਭਗਤ ਕਬੀਰ ਸਾਹਿਬ ਕਹਿੰਦੇ ਇਹਨਾਂ ਗੱਲਾਂ ਦੇ ਵਿੱਚੋਂ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ। ਜਨਮ ਮਰਨ ਦਾ ਜਿਹੜਾ ਗੇੜ ਹੈ, ਇਹਨਾਂ ਕੰਮਾਂ ਨੂੰ ਕਰਨ ਤੋਂ ਬਾਅਦ ਵੀ ਬਣਿਆ ਰਹਿੰਦਾ। ਇਹਨਾਂ ਕੰਮਾਂ ਨੂੰ ਕਰਨ ਤੋਂ ਬਾਅਦ ਵੀ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਖਲਾਸੀ ਨਹੀਂ ਹੁੰਦੀ, ਇਹ ਚੱਲਦਾ ਹੀ ਰਹਿੰਦਾ ਹੈ। ਫਿਰ ਆਖਣ ਲੱਗੇ, ਕਹਿੰਦੇ ਨੇ ਆਗਮ ਨਿਰਗਮ ਜੋਤਿਕ ਜਾਣੈ ਬਹੁ ਬਹੁ ਵਿਆਕਰਨਾ। ਕਹਿੰਦੇ ਜੋ ਲੋਕ ਸ਼ਾਸਤਰ, ਵੇਦ, ਜੋਤਿਸ਼ ਅਤੇ ਕਈ ਵਿਆਕਰਨ ਜਾਣਦੇ ਹਨ, ਇਹ ਗੱਲ ਯਾਦ ਰੱਖਿਓ। ਸਮਝਣ ਲਈ ਧਰਮ ਗ੍ਰੰਥਾਂ ਨੂੰ ਪੜ੍ਹਨਾ ਕੋਈ ਮਾੜੀ ਗੱਲ ਨਹੀਂ। ਧਰਮ ਗ੍ਰੰਥਾਂ ਵਿੱਚ ਲਿਖੀ ਹੋਈ ਜਿਹੜੀ ਬੋਲੀ ਹੈ, ਉਸ ਬੋਲੀ ਦੀ ਵਿਆਕਰਨ ਆਉਣੀ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਕਿਉਂਕਿ ਉਸ ਵਿਆਕਰਨ ਦੇ ਨਿਯਮਾਂ ਰਾਹੀਂ, ਉਸ ਬੋਲੀ ਦੇ ਤੌਰ ਤਰੀਕਿਆਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਸਫਲਾ ਕਰਨਾ ਹੈ। ਕਿਉਂਕਿ ਜਿਹੜੇ ਧਰਮ ਗ੍ਰੰਥ ਨੇ ਜਾਂ ਜਿਹੜੀ ਭਾਸ਼ਾ ਹੈ, ਉਹ ਮਨੁੱਖ ਨੂੰ ਇੱਕ ਜੀਵਨ ਜਾਚ ਬਖਸ਼ਿਸ਼ ਕਰਦੀ ਹੈ।
ਇੱਕ ਰਸਤਾ ਦਿਖਾਉਂਦੀ ਹੈ। ਕੁਝ ਲਿਖੇ ਹੋਏ ਬੋਲ ਉਹਦੀ ਸੁਰਤ ਨੂੰ ਖੁਦਾ ਤੱਕ ਲਿਜਾ ਸਕਦੇ ਹਨ, ਰੱਬ ਤੱਕ ਲਿਜਾ ਸਕਦੇ ਹਨ। ਪਰ ਇਸ ਗੱਲ ਦਾ ਹੀ ਮਾਣ ਹੋਣਾ, ਕਹਿੰਦੇ ਮੈਨੂੰ ਵਿਆਕਰਨ ਦਾ ਗਿਆਨ ਹੈ, ਮੇਰੇ ਕੋਲ ਵੇਦ ਸ਼ਾਸਤਰ ਅਤੇ ਜੋਤਿਸ਼ ਵਿਦਿਆ ਦੀ ਮੈਨੂੰ ਸਮਝ ਹੈ। ਜਾਂ ਕੋਈ ਸੋਚੇ ਕਿ ਮੈਂ ਸ਼ਾਸਤਰ, ਵੇਦ, ਜੋਤਿਸ਼ ਵਿਦਿਆ, ਵਿਆਕਰਨ ਇਹ ਸਭ ਜਾਣਦਾ ਹਾਂ, ਮੈਂ ਮੁਕਤ ਹੋ ਜਾਵਾਂਗਾ, ਮੇਰਾ ਜਨਮ ਮਰਨ ਕੱਟਿਆ ਜਾਏਗਾ। ਸੋ ਕਹਿੰਦੇ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਜਿਹੜੀ ਵਿਚਾਰ ਤੁਸੀਂ ਸਮਝੀ ਬੈਠੇ ਹੋ, ਇਸ ਤਰ੍ਹਾਂ ਜਨਮ ਮਰਨ ਨਹੀਂ ਕੱਟਿਆ ਜਾ ਸਕਦਾ। ਫਿਰ ਮੈਂ ਬੇਨਤੀ ਕਰਾਂ, ਕਿਸੇ ਭਾਸ਼ਾ ਦਾ ਗਿਆਨ ਹੋਣਾ, ਧਰਮ ਗ੍ਰੰਥਾਂ ਦਾ ਪਾਠ ਆਉਣਾ ਚੰਗੀ ਗੱਲ ਹੈ। ਅਜੇ ਜਿਵੇਂ ਅੱਜ ਪੰਜਾਬੀ ਮਾਂ ਬੋਲੀ ਦਾ ਦਿਵਸ ਹੈ, ਅਤੇ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ, ਜਿਹੜੀ ਸਾਡੀ ਗੁਰਮੁਖੀ ਲਿਪੀ ਹੈ, ਇਸ ਮਾਂ ਬੋਲੀ ਦੀ ਵਿਆਕਰਨ ਆਉਣੀ, ਇਸ ਦੇ ਨੇਮ ਆਉਣੇ, ਇਸ ਦੀ ਸਮਝ ਹੋਣੀ, ਇਹ ਬਹੁਤ ਵਧੀਆ ਗੱਲ ਹੈ। ਕਿਉਂਕਿ ਸਮਝ ਹੋਵੇਗੀ, ਵਿਆਕਰਨ ਦੇ ਰੂਲ ਆਉਂਦੇ ਹੋਣਗੇ, ਅਸੀਂ ਗੁਰਮੁਖੀ ਲਿਪੀ ਵਿੱਚ ਲਿਖੀ ਹੋਈ ਇਹ ਜਿਹੜੀ ਬਾਣੀ ਹੈ, ਇਸ ਬਾਣੀ ਤੋਂ ਰੂਹਾਨੀ ਜੀਵਨ ਹਾਸਲ ਕਰ ਸਕਦੇ ਹਾਂ, ਆਪਣੇ ਜੀਵਨ ਜੀਉਣ ਦੀ ਜੁਗਤ ਸਿੱਖ ਸਕਦੇ ਹਾਂ, ਜਨਮ ਮਰਨ ਦਾ ਗੇੜ ਕਿਵੇਂ ਮੁੱਕਣਾ ਇਹ ਸਿੱਖਿਆ ਜਾ ਸਕਦਾ ਹੈ। ਪਰ ਯਾਦ ਰੱਖਿਓ, ਜੇ ਰੂਹਾਨੀ ਗਿਆਨ ਵਿੱਚੋਂ ਕੋਈ ਸਿੱਖਿਆ ਨਾ ਲਈ ਗਈ, ਜੀਵਨ ਜਾਚ ਨਾ ਸਿੱਖੀ ਗਈ, ਕੇਵਲ ਇਹੀ ਅਹੰਕਾਰ ਕਰ ਲਿਆ ਕਿ ਮੈਨੂੰ ਵਿਆਕਰਨ ਆਉਂਦੀ ਹੈ, ਮੈਨੂੰ ਤਾਂ 35 ਅੱਖਰੀ ਆਉਂਦੀ ਹੈ, ਮੈਨੂੰ ਲੱਗਾ ਮਾਤਰਾ ਦਾ ਬੜਾ ਗਿਆਨ ਹੈ, ਮੈਂ ਬੜਾ ਸਿਆਣਾ, ਤਾਂ ਜੀਵਨ ਦੇ ਵਿੱਚੋਂ ਕਬੀਰ ਸਾਹਿਬ ਕਹਿੰਦੇ ਨੇ ਫਿਰ ਤੇਰਾ ਜਿਹੜਾ ਜਨਮ ਮਰਨ ਦੀ ਇਹ ਗੇੜ, ਇਹ ਮੁੱਕਣ ਵਾਲੀ ਨਹੀਂ ਹੈ। ਆਗਮ ਨਿਰਗਮ ਜੋਤਿਕ ਜਾਣੈ ਬਹੁ ਬਹੁ ਵਿਆਕਰਨਾ। ਕਈ ਵੀ ਵਿਆਕਰਨ ਜਾਣਦੇ ਹਨ ਬਹੁਤ ਸਾਰੇ ਲੋਕ। ਫਿਰ ਕਹਿਣ ਲੱਗੇ ਤੰਤ ਮੰਤਰ ਸਭ ਔਖਦ ਜਾਣੈ ਅੰਤ ਤਉ ਮਰਨਾ। ਜੋ ਮਨੁੱਖ ਜਾਦੂ ਟੂਣੇ ਮੰਤਰ ਅਤੇ ਦਵਾਈਆਂ ਬਾਰੇ ਜਾਣਦੇ ਹਨ, ਉਹਨਾਂ ਨੂੰ ਦਵਾਈਆਂ ਦਾ ਬੜਾ ਗਿਆਨ ਹੈ। ਪਰ ਕਹਿੰਦੇ ਉਹਨਾਂ ਦਾ ਵੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ, ਇਤਨਾ ਗਿਆਨ ਹੋਣ ਤੋਂ ਬਾਅਦ ਵੀ। ਜਾਂ ਇਹ ਦਵਾਈਆਂ ਵੀ ਮਨੁੱਖ ਨੂੰ ਮੁਕਤ ਨਹੀਂ ਕਰ ਸਕਦੀਆਂ। ਦਵਾਈਆਂ ਰੋਗ ਨੂੰ ਮੁਕਤ ਕਰ ਸਕਦੀਆਂ, ਬਿਮਾਰੀ ਨੂੰ ਠੀਕ ਕਰ ਸਕਦੀਆਂ, ਪਰ ਇਹ ਜਿਹੜੀ ਦਵਾਈਆਂ ਨੇ ਇਹ ਜੀਵਨ ਨੂੰ ਮੁਕਤ ਨਹੀਂ ਕਰ ਸਕਦੀਆਂ। ਇਹ ਜਿਹੜੇ ਜਾਦੂ ਟੋਣੇ ਨੇ, ਮਨੁੱਖ ਇਹਨਾਂ ਨੇ ਭੁਲੇਖੇ ਦੇ ਵਿੱਚ ਸਮਝਦਾ ਵੀ ਸ਼ਾਇਦ ਮੈਂ ਧਰਮ ਦੀ ਬਹੁਤ ਵੱਡੀ ਉਪਲਬਧੀ ਮੈਨੂੰ ਹਾਸਲ ਹੋ ਗਈ ਹੈ, ਧਰਮ ਦਾ ਬਹੁਤ ਗਿਆਨ ਹੋ ਗਿਆ, ਮੈਂ ਬੜਾ ਧਰਮੀ ਬਣ ਗਿਆ, ਮੈਨੂੰ ਤਾਂ ਬੜੇ ਤੌਰ ਤਰੀਕੇ ਆਉਂਦੇ ਨੇ। ਜਦੋਂ ਇਹਨਾਂ ਚੀਜ਼ਾਂ ਦੀ ਗੱਲ ਗੁਰਬਾਣੀ ਨੇ ਕੀਤੀ ਨਾ, ਅਤੇ ਗੁਰੂ ਸਾਹਿਬ ਕਹਿੰਦੇ ਰਿੱਧ ਸਿੱਧ ਸਭ ਮੂੰਹ ਹੈ ਨਾਮ ਨਾ ਵਸੈ ਮਨ ਆਏ। ਇਹ ਸਾਰੀਆਂ ਚੀਜ਼ਾਂ ਮਾਰ ਕਹਿੰਦੇ ਮੋਹ ਮਮਤਾ ਜਾਲ ਹੈ। ਕਿਉਂਕਿ ਜੋ ਮਨੁੱਖ ਨੂੰ ਤਰੀਕਾ ਆ ਜਾਂਦਾ ਹੈ, ਜੁਗਤ ਆ ਜਾਂਦੀ ਹੈ, ਉਹ ਜੁਗਤ ਨੂੰ ਮਨੁੱਖ ਸਰਵੋਪਰੀ ਸਮਝ ਲੈਂਦਾ ਹੈ। ਮੈਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਮਹਾਰਾਜ ਕਹਿੰਦੇ ਨੇ ਇਹ ਨਾਲੇ ਮੂੰਹ ਹੈ ਅਤੇ ਰਿੱਧ ਸਿੱਧ ਅਵਰਾ ਸਾਧ ਵੀ ਕਿਹਾ। ਇਹ ਹੋਰ ਸਵਾਦ ਹੈ, ਇਹ ਨਾਮ ਵਾਲਾ ਸਵਾਦ ਨਹੀਂ ਹੈ। ਜੋ ਸਵਾਦ ਨਾਮ ਦੇ ਵਿੱਚ ਹੈ, ਪਰਮਾਤਮਾ ਦੀ ਬੰਦਗੀ ਵਿੱਚ ਹੈ ਪਿਆਰਿਓ, ਉਹ ਸਵਾਦ ਇਹਨਾਂ ਵਿੱਚ ਨਹੀਂ ਹੈ। ਪਰ ਲੋਕਾਂ ਨੇ ਇਹ ਸਮਝਿਆ ਵੀ ਸ਼ਾਇਦ ਅਸੀਂ ਤੰਤਰ ਮੰਤਰ ਜਾਦੂ ਟੋਣੇ ਜਾਂ ਇਹ ਦਵਾਈਆਂ ਦੀ ਜਾਣਕਾਰੀ ਲੈ ਲਵਾਂਗੇ ਅਤੇ ਅਸੀਂ ਅਮਰ ਹੋ ਜਾਵਾਂਗੇ, ਜਨਮ ਮਰਨ ਕੱਟਿਆ ਜਾਏਗਾ। ਸਾਧੂ ਕਹਿੰਦੇ ਨੇ ਇਸ ਤਰ੍ਹਾਂ ਤੇਰਾ ਜਨਮ ਮਰਨ ਨਹੀਂ ਕੱਟਿਆ ਜਾਣਾ, ਤਾਂ ਵੀ ਤੂੰ ਇਸ ਜਨਮ ਮਰਨ ਦੇ ਚੱਕਰ 'ਚ ਪਿਆ ਰਹੇਗਾ। ਫਿਰ ਕਹਿਣ ਲੱਗੇ ਰਾਜ ਭੋਗ ਅਰ ਛਤਰ ਸਿੰਘਾਸਨ ਬਹੁਤ ਸੁੰਦਰ ਰਵਣਾ। ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ
ਤੇ ਉਹ ਜ਼ਿੰਦਗੀ ਨੂੰ ਸਮਝਦੇ ਵੀ ਸ਼ਾਇਦ ਰਾਜ ਪਾਠ ਹਾਸਲ ਹੋ ਜਾਣਾ ਇਹੀ ਸਾਧਨ ਹੈ ਸਭ ਕੁਝ ਹਾਸਲ ਕਰਨ ਦਾ। ਸ਼ਾਇਦ ਇਸ ਦੇ ਤਰੀਕੇ ਦੇ ਨਾਲ ਹੋ ਸਕਦਾ ਸਾਨੂੰ ਮੁਕਤੀ ਵੀ ਪ੍ਰਾਪਤ ਹੋ ਜਾਏ, ਜਨਮ ਮਰਨ ਦਾ ਗੇੜ ਵੀ ਮੁੱਕ ਜਾਏ। ਕਿਉਂਕਿ ਮਨੁੱਖ ਦੀ ਇੱਕ ਅੰਦਰ ਦੀ ਐਸੀ ਵਿਚਾਰ ਹੈ ਕਿ ਮਨੁੱਖ ਸੋਚਦਾ ਕਿ ਅਜੇ ਤਾਂ ਸੰਸਾਰ ਦੀ ਕੰਗਾਲਤਾ ਹੀ ਦੂਰ ਨਹੀਂ ਹੋਈ, ਮੈਂ ਅੰਦਰੋਂ ਕਿਵੇਂ ਕੰਗਾਲਤਾ ਦੂਰ ਕਰਾਂਗਾ। ਅੰਦਰ ਦੀ ਜਿਹੜੀ ਗਰੀਬੀ ਹੈ, ਅਗਿਆਨਤਾ, ਉਸ ਨੂੰ ਕਿਵੇਂ ਦੂਰ ਕਰਾਂਗਾ। ਅਤੇ ਮਨੁੱਖ ਜ਼ਿਆਦਾਤਰ ਯਤਨ ਇਹ ਕਰਦਾ ਪਹਿਲਾਂ ਮੈਂ ਬਾਹਰੋਂ ਅਮੀਰ ਹੋ ਜਾਵਾਂ, ਪੈਸੇ ਕਰਕੇ, ਰਾਜ ਪਾਠ ਕਰਕੇ, ਪਦ ਪਦਵੀਆਂ ਕਰਕੇ। ਮਨੁੱਖ ਇਹ ਜੋਲ ਲਗਾਉਂਦਾ ਵੀ ਇਹ ਚੀਜ਼ਾਂ ਮੇਰੇ ਕੋਲ ਆ ਜਾਣ, ਮੈਂ ਇਹਨਾਂ ਨੂੰ ਹਾਸਲ ਕਰ ਲਵਾਂ। ਇੱਕ ਗੱਲ ਯਾਦ ਰੱਖਣਾ, ਜਦੋਂ ਬਹੁਤਾ ਧਨ ਹੋਵੇ ਨਾ, ਔਰ ਧਨ ਦੇ ਵਿੱਚ ਆ ਕੇ ਜਿਸ ਦਿਨ ਮਨੁੱਖ ਨੂੰ ਆਪਣੇ ਅੰਦਰ ਦੀ ਕੰਗਾਲਤਾ ਨਜ਼ਰ ਆਉਣ ਲੱਗ ਪਵੇ, ਸਮਝ ਲਓ ਕਿ ਹੁਣ ਇਹਨੂੰ ਜੀਵਨ ਦਾ ਰਹੱਸ ਸਮਝ ਆ ਗਿਆ। ਪਰ ਤੁਸੀਂ ਦੇਖੋ ਕਿ ਧਨ ਬਹੁਤਾ ਹੁੰਦਾ, ਅੰਦਰ ਦਾ ਰਹੱਸ ਕੀ ਸਮਝ ਆਉਣਾ, ਅੰਦਰ ਦੀ ਕੰਗਾਲਤਾ ਕੀ ਸਮਝ ਆਉਣੀ ਹੈ, ਉਸ ਧਨ ਦੇ ਪ੍ਰਭਾਵ ਦੇ ਵਿੱਚ ਹੀ ਮਨੁੱਖ ਆਪਣਾ ਹੁਕਮ ਚਲਾਈ ਜਾਂਦਾ ਹੈ। ਇਹਨੂੰ ਮਾਰ ਕਹਿੰਦੇ ਅਸੰਖ ਅਮਰ ਕਰ ਜਾਹੇ ਜੋਰ। ਅਸੰਖਾ ਹੀ ਨੇ, ਅਮਰ ਕਹਿੰਦੇ ਨੇ ਹੁਕਮ ਨੂੰ, ਆਪਣਾ ਜ਼ੋਰ ਚਲਾਉਂਦੇ ਨੇ, ਆਪਣਾ ਹੁਕਮ ਚਲਾਉਂਦੇ ਨੇ। ਅਸੰਖਾ ਹੀ ਨੇ, ਬੇਅੰਤੀ ਨੇ। ਸੋ ਇਹ ਵੀ ਇੱਕ ਤਰੀਕਾ, ਲੋਕ ਸੋਚਦੇ ਸਨ ਵੀ ਸ਼ਾਇਦ ਪੈਸਾ ਬਹੁਤਾ ਹੋ ਜਾਏਗਾ। ਫਿਰ ਮੈਂ ਬੇਨਤੀ ਕਰਾਂ ਕਿ ਬਹੁਤਾ ਧਨ ਹੋ ਜਾਣਾ ਇਹਦਾ ਇੱਕ ਲਾਭ ਹੈ ਜੇ ਮਨੁੱਖ ਨੂੰ ਅੰਦਰ ਦੀ ਕੰਗਾਲਤਾ ਨਜ਼ਰ ਆਉਣ ਲੱਗ ਪਵੇ। ਬਹੁਤਾ ਗਿਆਨ ਹੋ ਜਾਣਾ ਸੰਸਾਰੀ ਤੌਰ ਤੋਂ ਲਾਭਵੰਤ ਹੈ ਜੇ ਅੰਦਰ ਦੀ ਅਗਿਆਨਤਾ ਦਿਖਾਈ ਦੇਣ ਲੱਗ ਪਵੇ। ਮੈਂ ਅੰਦਰੋਂ ਅਗਿਆਨੀ ਹਾਂ, ਮੈਨੂੰ ਕੋਈ ਗਿਆਨ ਨਹੀਂ ਹੈ, ਮੈਨੂੰ ਕੋਈ ਸਮਝ ਨਹੀਂ ਜੀਵਨ ਦੀ। ਪਰ ਐਸਾ ਅਸੀਂ ਦੇਖਦੇ ਨਹੀਂ ਹਾਂ। ਨਹੀਂ ਤਾਂ ਲਾਭ ਤਾਂ ਹੈ ਵੀ ਅਸੀਂ ਬਹੁਤਾ ਗਿਆਨ ਹਾਸਲ ਕਰ ਲਿਆ, ਪਰ ਅੰਦਰ ਸਾਨੂੰ ਸਮਝ ਆ ਗਈ ਵੀ ਅਸੀਂ ਅੰਦਰੋਂ ਬਿਲਕੁਲ ਅਗਿਆਨੀ ਹਾਂ, ਸਾਨੂੰ ਕੋਈ ਸਮਝ ਨਹੀਂ ਜੀਵਨ ਦੀ। ਪਰ ਹੈਰਾਨੀ ਦੀ ਗੱਲ, ਜੇ ਬਾਹਰੋਂ ਅਸੀਂ ਗਿਆਨੀ ਵੀ ਹੋ ਜਾਂਦੇ ਹਾਂ ਅਤੇ ਆਪਣੀਆਂ ਡਿਗਰੀਆਂ ਚੱਕੀ ਫਿਰਦੇ ਹਾਂ, ਡਿਗਰੀਆਂ ਦਾ ਗੁਮਾਨ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਬਾਹਰੀ ਤੌਰ ਤੋਂ, ਮਨੁੱਖ ਨੇ ਯਤਨ ਇਹ ਕੀਤਾ ਵੀ ਜਦੋਂ ਸਾਰੀਆਂ ਚੀਜ਼ਾਂ ਮੇਰੇ ਕੋਲ ਹੋਣਗੀਆਂ, ਮੇਰੇ ਮਨ ਵਿੱਚ ਕੋਈ ਵਾਸਨਾ ਨਹੀਂ ਰਹੇਗੀ, ਰਾਜ ਪਾਠ ਮੇਰੇ ਕੋਲ ਹੋਏਗਾ ਅਤੇ ਮੈਂ ਮੁਕਤ ਹੋ ਜਾਵਾਂਗਾ। ਪਰ ਇਹ ਗੱਲ ਯਾਦ ਰੱਖਣਾ, ਜਦੋਂ ਪਦ ਪਦਵੀ ਵੱਡੀ ਹੁੰਦੀ ਹੈ ਅਤੇ ਖੁਆਇਸ਼ ਮੁੱਕ ਜਾਏ, ਦੁੱਖ ਮੁੱਕ ਜਾਣ, ਐਸਾ ਜ਼ਰੂਰੀ ਨਹੀਂ ਹੈ। ਤਾਂ ਹੀ ਮਹਾਰਾਜ ਨੇ ਆਖਿਆ, ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਵੀ ਹੋਵੇ ਉਹ ਵੀ ਦੁਖੀ ਮਿਲੇਗਾ। ਇਹ ਕੋਈ ਤਰੀਕਾ ਹੈ, ਨਾਮ ਜਪ ਕੇ ਉਹ ਸੁਖੀ ਹੋ ਸਕਦਾ ਹੈ, ਬੰਦਗੀ ਕਰਕੇ ਸੁਖੀ ਹੋ ਸਕਦਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਰਾਜ ਭੋਗ ਅਰ ਛਤਰ ਸਿੰਘਾਸਨ। ਕਈ ਐਸੇ ਹਨ ਜਿਨ੍ਹਾਂ ਕੋਲ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ 'ਤੇ ਛੱਤਰ ਝੁੱਲਦੇ ਹਨ, ਮਹਿਲਾਂ ਵਿੱਚ ਸੁੰਦਰ ਨਾਰਾਂ ਹਨ। ਅਤੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਬੰਦੇ ਕੋਲ ਹੋਣ, ਰਾਜ ਭੋਗ ਅਰ ਛਤਰ ਸਿੰਘਾਸਨ, ਬਹੁਤ ਸੁੰਦਰ ਰਮਣਾ। ਰਮਣਾ ਦਾ ਅਰਥ ਹੁੰਦਾ ਹੈ ਇਸਤਰੀਆਂ, ਸੁੰਦਰ ਦਾ ਅਰਥ ਹੈ ਸੋਹਣੀਆਂ ਇਸਤਰੀਆਂ। ਕਹਿੰਦੇ ਇਹ ਵੀ ਸਾਰੀਆਂ ਚੀਜ਼ਾਂ ਹੋਣ, ਕਿਉਂਕਿ ਮਨੁੱਖ ਨੂੰ ਕਈ ਵਾਰੀ ਭੁਲੇਖਾ ਹੁੰਦਾ ਵੀ ਸ਼ਾਇਦ ਜਦੋਂ ਇਹ ਪਾਸੇ ਮੇਰੇ ਕੋਲ ਸਾਰੀਆਂ ਚੀਜ਼ਾਂ ਹੋਣਗੀਆਂ, ਸ਼ਾਇਦ ਮੈਂ ਅੰਦਰੋਂ ਰੱਜ ਜਾਵਾਂਗਾ, ਮੇਰੀ ਅੰਦਰ ਦੀ ਤ੍ਰਿਪਤੀ ਹੋ ਜਾਏਗੀ, ਤ੍ਰਿਸ਼ਨਾ ਮੇਰੀ ਮੁੱਕ ਜਾਏਗੀ। ਪਰ ਗੁਰਬਾਣੀ ਕਹਿੰਦੀ ਹੈ, ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਹੈ, ਏਕ ਜੋਰੇ ਲੱਖ ਕਰੋਰੇ, ਪਰੈ ਪਰੈ ਕੋ ਹੀ ਲੁਝੀ ਰੇ। ਬੰਦਾ ਇੱਕ ਜੋੜਦਾ, ਲੱਖਾਂ ਦੀ ਆਸਾ ਲੱਗ ਜਾਂਦੀ ਹੈ, ਲੱਖ ਜੋੜ ਲੈਂਦਾ, ਫਿਰ ਕਰੋੜਾਂ ਦੇ ਮਾਰਗ 'ਤੇ ਚੱਲ ਪੈਂਦਾ ਹੈ। ਇਹ ਤ੍ਰਿਸ਼ਨਾ ਛੇਤੀ ਕਰਕੇ ਬੁਝਦੀ ਨਹੀਂ ਹੈ, ਪਰੇ ਪਰੇ ਜਾਈ ਜਾਂਦੀ, ਹੋਰ ਅੱਗੇ ਅੱਗੇ ਦੌੜੀ ਜਾਂਦੀ ਹੈ।
ਔਰ ਮਨੁੱਖ ਪੂਰੀ ਜ਼ਿੰਦਗੀ ਲੁਝਦਾ ਰਹਿੰਦਾ ਹੈ, ਸੋਚਦਾ ਵੀ ਸ਼ਾਇਦ ਇਹ ਕੰਮ ਪੂਰਾ ਹੋ ਜਾਏ ਫਿਰ ਜ਼ਿੰਦਗੀ ਜੀਣ ਦਾ ਸਵਾਦ ਆਵੇਗਾ। ਬਸ ਲੱਖ ਨੇ ਕਰੋੜ ਹੋ ਜਾਣ ਫਿਰ ਦੇਖਣਾ ਕਿਤਨਾ ਸਵਾਦ ਆਣਾ ਜ਼ਿੰਦਗੀ ਦਾ। ਇੱਕ ਤੇ ਲੱਖ, ਲੱਖ ਤੇ ਕਰੋੜ, ਤਾਂ ਵੀ ਮਨੁੱਖ ਦੀ ਹਾਲਤ ਉੱਦਾਂ ਦੀ ਹੀ ਰਹਿੰਦੀ ਹੈ। ਫਿਰ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਨੇ ਪਾਨ ਕਪੂਰ ਸੁਵਾਸਕ ਚੰਦਨ ਅੰਤ ਤਉ ਮਰਨਾ। ਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ, ਬਹੁਤ ਸਾਰੇ ਲੋਕ ਵੇਖੇ ਹੋਣਗੇ ਕਿ ਲੋਕ ਮੱਥੇ ਦੇ ਉੱਤੇ ਚੰਦਨ ਦਾ ਤਿਲਕ ਲਾਉਂਦੇ ਹਨ, ਤੇ ਪੁੱਛੋ ਕਿਉਂ ਲਾਇਆ? ਕਹਿੰਦੇ ਠੰਡਕ ਬਣੀ ਰਹਿੰਦੀ ਹੈ। ਠੰਡਕ ਦਾ ਪ੍ਰਤੀਕ ਹੈ ਕਿ ਵਾਸਨਾਵਾਂ ਸ਼ਾਂਤ ਹੋ ਗਈ ਕੀ, ਕਿਉਂਕਿ ਅਸਲੀ ਠੰਡਕ ਤਾਂ ਇਹ ਹੈ ਕਿ ਜਿਤਨਾ ਵਾਸਨਾਵਾਂ ਸ਼ਾਂਤ ਹੋ ਗਈਆਂ। ਇਸ ਕਰਕੇ ਗੁਰਬਾਣੀ ਨੇ ਇੱਕ ਵਿਚਾਰ ਸਾਡੇ ਸਮਕਸ਼ ਰੱਖਿਆ ਹੈ। ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਹੈ ਬੰਦਿਆ ਤੈਨੂੰ ਸੀਤਲ ਨਹੀਂ ਕਰ ਸਕਦੀ। ਚੰਦਨ ਚੰਦ ਨਾ ਸਰਦ ਰੁੱਤ, ਸਿਆਲ ਦੀ ਰੁੱਤ, ਨਾ ਚੰਦਰਮਾ, ਕਿਉਂਕਿ ਚੰਦਰਮਾ ਦੀ ਤਾਸੀਰ ਠੰਡੀ ਹੁੰਦੀ ਹੈ, ਚੰਦਨ ਠੰਡਾ ਹੁੰਦਾ ਹੈ ਅਤੇ ਸਿਆਲ ਦੀ ਰੁੱਤ ਠੰਡੀ ਹੁੰਦੀ ਹੈ। ਪਰ ਤੁਸੀਂ ਵੇਖੋ ਇਤਨੀ ਠੰਡ ਦੇ ਵਿੱਚ ਵੀ ਮਨੁੱਖ ਅੰਦਰੋਂ ਭਖਿਆ ਰਹਿੰਦਾ, ਤਪਿਆ ਰਹਿੰਦਾ, ਕ੍ਰੋਧ ਵਿੱਚ ਰਹਿੰਦਾ, ਗੁੱਸੇ ਵਿੱਚ ਰਹਿੰਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕੋਈ ਚੰਦਨ ਵੀ ਲਾ ਲਵੇ, ਚੰਦਨ ਆਦਿ ਵੀ ਵਰਤੇ, ਸਾਰੀਆਂ ਸੁਗੰਧੀਆਂ ਵਰਤੇ, ਕਪੂਰ ਦੀ ਸੁਗੰਧੀ, ਹੋਰ ਜਿਹੜੀਆਂ ਸੁਗੰਧੀਆਂ ਨੇ, ਪਾਨ ਨੇ, ਕਪੂਰ ਦੀ ਸੁਗੰਧੀ ਹੈ, ਚੰਦਨ ਹੈ, ਇਹ ਸਾਰੀਆਂ ਚੀਜ਼ਾਂ ਹੋਣ, ਪਰ ਕਹਿੰਦਾ ਕਿ ਅੰਤ ਤਉ ਮਰਨਾ, ਕਹਿੰਦੇ ਮੌਤ ਦਾ ਗੇੜ ਉਹਨਾਂ ਦੇ ਸਿਰ ਫਿਰ ਵੀ ਮੌਜੂਦ ਰਹਿੰਦਾ ਹੈ, ਇਸ ਗੇੜ ਤੋਂ ਬਚਦੇ ਨਹੀਂ ਹਨ, ਇਸ ਤੋਂ ਮੁਕਤ ਨਹੀਂ ਹੁੰਦੇ। ਕਿਉਂਕਿ ਵਾਸਨਾ ਬਣੀ ਹੈ ਅਤੇ ਵਾਸਨਾ ਵਾਰ-ਵਾਰ ਮਨੁੱਖ ਨੂੰ ਖਿੱਚਦੀ ਹੈ ਸੰਸਾਰ ਵੱਲ। ਔਰ ਮਾਫ਼ ਕਰਨਾ, ਜਿਹੜਾ ਜਿਉਂਦੇ ਜੀ ਇਸ ਵਾਸਨਾ ਤੋਂ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਨਹੀਂ ਹੋ ਸਕਦਾ। ਇਹ ਜਿਉਂਦੇ ਜੀ ਵਾਸਨਾ ਨੂੰ ਮੁਕਾਉਣਾ ਹੈ। ਗੁਰਬਾਣੀ ਸਾਰਾ ਇਹੀ ਅਭਿਆਸ ਦੱਸਦੀ ਹੈ ਕਿ ਯਤਨ ਕਰ ਕਿ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਆਪਣੀ ਵਾਸਨਾ ਨੂੰ ਕੰਟਰੋਲ ਵਿੱਚ ਕਰ, ਕਾਬੂ ਵਿੱਚ ਕਰ, ਕਿਉਂਕਿ ਇਹ ਵਾਸਨਾ ਹੀ ਤੈਨੂੰ ਸੰਸਾਰ ਵਿੱਚ ਦੌੜਾਉਂਦੀ ਹੈ, ਵਾਸਨਾ ਹੀ ਤੇਰੇ ਮਨ ਨੂੰ ਡੇਗਦੀ ਹੈ, ਵਾਸਨਾ ਹੀ ਵਾਰ-ਵਾਰ ਦੇ ਜਨਮ ਮਰਨ ਦੇ ਗੇੜ ਵਿੱਚ ਲੈ ਕੇ ਜਾਂਦੀ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋਣ ਤੋਂ ਬਾਅਦ ਵੀ ਮਨੁੱਖ ਜਿਹੜਾ ਹੈ ਨਾ, ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ। ਮੌਤ ਤਾਂ ਵੀ ਅੰਤ ਸਿਰ 'ਤੇ ਖਲੋਤੀ ਰਹਿੰਦੀ। ਰਾਜ ਪਾਟ ਮਿਲ ਜਾਏ ਤਾਂ ਵੀ ਮੌਤ ਨੂੰ ਬੰਦਾ ਟਾਲ ਨਹੀਂ ਸਕਦਾ। ਉਸ ਦੀਆਂ ਸਾਰੀਆਂ ਜਾਣਦਾ ਹੋਵੇ। ਧਨਵੰਤਰ ਵਰਗੇ ਵੈਦ, ਜਿਨ੍ਹਾਂ ਦੇ ਕੋਲ ਐਡਾ ਹੁਨਰ ਸੀ ਕਿ ਜੇ ਧਨਵੰਤਰ ਕਿਤੇ ਅੱਖਾਂ ਖੋਲ੍ਹ ਕੇ ਵੇਖ ਲਵੇ ਅਤੇ ਸਾਹਮਣੇ ਰੋਗੀ ਹੁੰਦਾ ਸੀ, ਅਰੋਗ ਹੋ ਜਾਂਦਾ ਸੀ, ਪਰ ਉਹ ਵੀ ਆਪਣੇ ਆਪ ਨੂੰ ਨਹੀਂ ਬਚਾ ਸਕਿਆ। ਐਡੀ ਤਾਕਤ ਸੀ ਉਸ ਦੇ ਅੰਦਰ। ਇਸ ਕਰਕੇ ਇਹ ਗੱਲਾਂ ਗੁਰਬਾਣੀ ਵਿੱਚ ਜੋ ਕਬੀਰ ਸਾਹਿਬ ਸਮਝਾ ਰਹੇ ਨੇ, ਆਖਣ ਲੱਗੇ ਇਹ ਸਾਰੀਆਂ ਚੀਜ਼ਾਂ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦੀਆਂ। ਅਤੇ ਇਹਨਾਂ ਵਸਤੂਆਂ ਨੂੰ ਹਾਸਲ ਕਰਕੇ ਕੋਈ ਬੰਦਾ ਸੋਚੇ ਕਿ ਹੁਣ ਮੈਂ ਮੌਤ ਤੋਂ ਕਾਬੂ ਕਰ ਲਿਆ, ਤਾਂ ਇਹ ਵੀ ਨਹੀਂ। ਫਿਰ ਕਹਿਣ ਲੱਗੇ ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੂ ਨਾ ਉਵਰਨਾ। ਆਖਣ ਲੱਗੇ ਕਹਿੰਦੇ ਵੇਦ ਪੁਰਾਣ ਸਿਮਰਤੀਆਂ ਸਾਰੇ ਖੋਜ ਵੇਖੇ ਹਨ, ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾਂ ਹੋਰ ਕਿਤੇ ਵੀ ਜਨਮ ਮਰਨ ਦੇ ਗੇੜ ਤੋਂ ਬਚਾਓ ਨਹੀਂ ਮਿਲਦਾ। ਉਭਰਿਆ ਨਹੀਂ ਜਾ ਸਕਦਾ, ਜਨਮ ਮਰਨ ਦੇ ਗੇੜ ਤੋਂ ਬਚਿਆ ਨਹੀਂ ਜਾ ਸਕਦਾ। ਕਬੀਰ ਸਾਹਿਬ ਕਹਿੰਦੇ ਮੈਂ ਸਾਰੇ ਖੋਜ ਕੇ ਵੇਖ ਲਏ ਹਨ। ਇੱਕ ਸ਼ਬਦ ਹੋਰ ਇਸ ਦੇ ਨਾਲ ਸਾਂਝਾ ਕਰਾਂ।
ਗੁਰੂ ਸਾਹਿਬ ਆਖਦੇ ਨੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਸ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿ ਛੋਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ, ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਫਿਰ ਕਹਿੰਦੇ ਨੇ, ਕੋਟ ਤੀਰਥ ਮੱਜਨ ਇਸ ਨਾਨਾ, ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਵ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਇਹਨਾਂ ਨੂੰ ਪੜ੍ਹ ਕੇ ਵੀ ਮੁਕਤੀ ਨਹੀਂ ਹੈ। ਮਹਾਰਾਜ ਤੁਸੀਂ ਦੱਸੋ ਫਿਰ ਮੁਕਤੀ ਕਿਵੇਂ ਹੈ? ਆਖਣ ਲੱਗੇ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਜਿਹੜਾ ਇੱਕ ਅੱਖਰ ਨੂੰ ਸਮਝ ਲਏ, ਵਾਹਿਗੁਰੂ ਦੇ ਨਾਮ ਦੀ ਓਟ ਲੈ ਲਵੇ, ਇਸ ਗੱਲ ਨੂੰ ਸਮਝ ਲਏ ਕਿ ਕੇਵਲ ਤੇਰਾ ਸਹਾਰਾ ਹੈ, ਤੇਰਾ ਆਸਰਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਮੈਂ ਸਾਰੇ ਇਹ ਗ੍ਰੰਥ ਖੋਜ ਕੇ ਵੇਖੇ ਹਨ। ਗੁਰੂ ਸਾਹਿਬ ਨੇ ਤੱਤ ਸਾਡੇ ਸਾਹਮਣੇ ਬਿਆਨ ਕੀਤਾ ਹੈ। ਬਹੁਤ ਸ਼ਾਸਤਰ ਬਹੁਤ ਸਿਮਰਤੀ, ਵੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਹੀਂ ਬਰਾਬਰੀ ਕਰ ਸਕਦੇ। ਫਿਰ ਲਾਸਟ ਪੰਕਤੀ 'ਚ ਕਹਿ ਰਹੇ ਨੇ, ਕਹੋ ਕਬੀਰ ਇਉਂ ਰਾਮੈ ਜੰਪੋ, ਮੇਟ ਜਨਮ ਮਰਨਾ। ਹੇ ਕਬੀਰ ਆਖ, ਕਹਿੰਦੇ ਸੋ ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਨਾਮ ਨੂੰ ਜਪਦਾ ਹਾਂ, ਅਤੇ ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਉਂਦਾ ਹੈ, ਹੋਰ ਕੋਈ ਜਨਮ ਮਰਨ ਨੂੰ ਮਿਟਾ ਨਹੀਂ ਸਕਦਾ। ਕਹੋ ਕਬੀਰ, ਹੈ ਕਬੀਰ ਆਖ, ਇਉਂ ਰਾਮ ਮੈਂ ਜੰਪੋ। ਸੋ ਮੈਂ ਤਾਂ ਪ੍ਰਭੂ ਦਾ ਨਾਮ ਹੀ ਸਿਮਰਦਾ ਹਾਂ, ਨਾਮ ਹੀ ਜਪਦਾ ਹਾਂ, ਅਤੇ ਮੇਟ ਜਨਮ ਮਰਨਾ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਉਂਦਾ ਹੈ। ਹੋਰ ਕਿਸੇ ਤਰੀਕੇ ਦੇ ਨਾਲ ਜਨਮ ਮਰਨ ਨਹੀਂ ਮਿਟ ਸਕਦਾ। ਹੋਰ ਕਿਸੇ ਤਰੀਕੇ ਦੇ ਨਾਲ ਇਹਨਾਂ ਵਾਸਨਾਵਾਂ ਤੋਂ ਖਲਾਸੀ ਨਹੀਂ ਹੋ ਸਕਦੀ। ਔਰ ਜਦੋਂ ਤੱਕ ਖਲਾਸੀ ਨਹੀਂ ਹੈ, ਉਦੋਂ ਤੱਕ ਇਹ ਜਨਮ ਮਰਨ ਬਣਿਆ ਹੋਇਆ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਇਹਦਾ ਤੱਤ ਜੋ ਦੱਸ ਰਹੇ ਨੇ, ਤਾਤੇ ਸੇਵੀ ਲੈ ਰਾਮ ਨਾ, ਰਸਨਾ ਰਾਮ ਨਾਮ ਹਿਤ ਜਾਕੈ, ਕਹਾਂ ਕਰੈ ਜਮਨਾ ਰਹਾਉ। ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਸਾਰੀ ਗੱਲ ਇਸ ਦੇ ਆਲੇ ਦੁਆਲੇ ਘੁੰਮ ਰਹੀ। ਜਾਤੇ, ਇਹ ਸਾਰੀਆਂ ਗੱਲਾਂ ਸਾਨੂੰ ਤਾਂ ਦੱਸੀਆਂ, ਕਹਿੰਦੇ ਇਹ ਸਾਰੀਆਂ ਗੱਲਾਂ ਮੈਂ ਨੇੜੇ ਹੋ ਕੇ ਵੇਖੀਆਂ, ਸਾਰੇ ਕਰਮ ਕਰਨ ਵਾਲੇ ਬੰਦੇ ਦੇਖੇ। ਇਸ ਕਰਕੇ ਮੈਂ ਇੱਕ ਨਿਰਣਾ ਲਿਆ ਕਿ ਪ੍ਰਭੂ ਦਾ ਜਿਹੜਾ ਸਿਮਰਨ ਹੈ ਉਹੀ ਕੀਤਾ ਜਾਏ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਪ੍ਰਭੂ ਦਾ ਪਿਆਰ ਜਿਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਅਤੇ ਜਿਹੜਾ ਮਨੁੱਖ ਜੀਵਾ ਨਾਲ ਨਾਮ ਜਪਦਾ ਹੈ, ਇਹ ਜਮ ਆਦਿਕ ਫਿਰ ਉਸ ਦੇ ਨੇੜੇ ਨਹੀਂ ਆਉਂਦੇ। ਜਮਾਂ ਦਾ ਕੋਈ ਉੱਥੇ ਜ਼ੋਰ ਨਹੀਂ ਚੱਲਦਾ। ਨਾ ਇਹ ਵਾਸਨਾਵਾਂ, ਨਾ ਇਹ ਵਿਕਾਰ, ਇਹ ਫਿਰ ਮਨੁੱਖ ਨੂੰ ਸਤਾਉਂਦੇ ਨਹੀਂ ਹਨ। ਜਿਹੜੇ ਵਿਕਾਰ, ਜਿਹੜੀਆਂ ਵਾਸਨਾਵਾਂ ਸਾਨੂੰ ਜਮ ਬਣ ਕੇ ਹਰ ਰੋਜ਼ ਸਤਾ ਰਹੀਆਂ ਹਨ। ਜਿਸ ਤਰ੍ਹਾਂ ਕਹਿ ਲਵਾਂ ਕਿ ਦੁਨੀਆ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਆਲੇ ਦੁਆਲੇ, ਜੋ ਇਹ ਪਸਾਰਾ ਹੈ, ਪਸਾਰੇ ਵਿੱਚੋਂ ਬਣਿਆ ਹੋਇਆ ਇੱਕ ਦ੍ਰਿਸ਼, ਇੱਕ ਸੋਚ, ਇੱਕ ਨਕਸ਼ਾ, ਉਹ ਸਾਡੇ ਇਸ ਮਨ ਮੰਦਰ ਵਿੱਚ ਜਾਂਦਾ ਹੈ, ਸਾਡੀ ਮਤ ਵਿੱਚ ਜਾਂਦਾ ਹੈ, ਅਤੇ ਅਸੀਂ ਉਸ ਦਾ ਪ੍ਰਭਾਵ ਕਬੂਲ ਲੈਂਦੇ ਹਾਂ। ਜੋ ਪ੍ਰਭਾਵ ਕਬੂਲਿਆ ਉਹ ਪ੍ਰਾਪਤ ਨਹੀਂ ਹੁੰਦਾ, ਦੁਖੀ ਹੁੰਦੇ ਆ। ਜੋ ਚਾਹਿਆ ਉਹ ਮਿਲਿਆ ਨਹੀਂ, ਉਹ ਨਾ ਮਿਲਣਾ ਹੀ ਹੈ। ਸਾਰੀਆਂ ਚੀਜ਼ਾਂ ਤਾਂ ਨਹੀਂ ਮਿਲ ਸਕਦੀਆਂ, ਕਿਉਂਕਿ ਸਾਡੇ ਮਨ ਦਾ ਖਿਆਲ ਹੈ ਨਾ, ਅਸੀਂ ਆਪਣੇ ਤਰੀਕੇ ਦੇ ਨਾਲ ਉਸ ਨੂੰ ਇਕੱਠਾ ਕੀਤਾ ਹੈ ਨਾ, ਵੀ ਇਹ ਵੀ ਮੈਨੂੰ ਮਿਲ ਜਾਏ, ਇਹ ਵੀ ਮੈਨੂੰ ਮਿਲ ਜਾਏ, ਇਹ ਵੀ ਮੈਨੂੰ ਮਿਲ ਜਾਏ। ਇਹ ਸਾਡੇ ਮਨ ਦੇ ਖਿਆਲ ਨੇ ਜੋ ਅਸੀਂ ਆਲੇ ਦੁਆਲੇ ਦੇਖਿਆ, ਔਰ ਇਹੀ ਸਾਡੇ ਦੁੱਖ ਦਾ, ਸਾਡੀਆਂ ਵਾਸਨਾਵਾਂ ਦਾ ਕਾਰਨ ਹੈ। ਇਸ ਕਰਕੇ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ, ਇਸ ਪਰਿਵਾਰ 'ਚ ਰਹਿੰਦੇ ਹੋਏ, ਜੇ ਆਪਾਂ ਆਪਣਾ ਧਿਆਨ ਗੁਰੂ ਕੇ ਸ਼ਬਦ ਵਿੱਚ ਜੋੜ ਲਈਏ, ਗੁਰੂ ਦੇ ਉਪਦੇਸ਼ ਨਾਲ ਜੋੜ ਲਈਏ, ਜਦੋਂ ਉਪਦੇਸ਼, ਇਹ ਗਿਆਨ ਹਿਰਦੇ ਵਿੱਚ ਜਾਏਗਾ, ਤਾਂ ਇਹ ਵਾਸਨਾਵਾਂ ਦਾ
ਜ਼ੋਰ ਸਾਡੇ ਉੱਤੇ ਨਹੀਂ ਚੱਲੇਗਾ ਅਤੇ ਅਸੀਂ ਫਿਰ ਦੁਖੀ ਨਹੀਂ ਹੋਵਾਂਗੇ। ਗੁਰੂ ਕਿਰਪਾ ਕਰੇ ਕਿ ਇਹ ਸ਼ਬਦ ਸਾਡੇ ਅੰਤਰ ਆਤਮੇ ਵਸ ਜਾਏ। ਗੁਰੂ ਕੀ ਸਿੱਖਿਆ ਅਸੀਂ ਅੱਖਾਂ ਨਾਲ ਗੁਰਬਾਣੀ ਪੜ੍ਹ ਕੇ, ਕੰਨਾਂ ਨਾਲ ਸੁਣ ਕੇ, ਜਿਹਵਾ ਨਾਲ ਬੋਲ ਕੇ, ਸਬਰਸ ਦੇ ਨਾਲ ਜਿਸ ਤਰੀਕੇ ਨਾਲ ਵੀ ਬਾਣੀ ਨਾਲ ਸੰਬੰਧ ਬਣਾਓ, ਬਾਣੀ ਨਾਲ ਸਾਂਝ ਬਣਾਓ। ਜਿਵੇਂ ਜਿਵੇਂ ਬਾਣੀ ਹਿਰਦੇ ਵਿੱਚ ਟਿਕੇਗੀ, ਇਹ ਵਾਸਨਾਵਾਂ, ਇਹ ਜਮ, ਫਿਰ ਇਹਨਾਂ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਣਾ, ਇਹਨਾਂ ਕਾਮ ਆਦਿਕ ਦਾ ਕੋਈ ਜ਼ੋਰ ਨਹੀਂ ਚੱਲਣਾ। ਇਹਨਾਂ ਸਾਰਿਆਂ ਤੋਂ ਸਾਡੀ ਖਲਾਸੀ ਹੋ ਜਾਵੇਗੀ, ਸਾਰਿਆਂ ਤੋਂ ਅਸੀਂ ਮੁਕਤ ਹੋ ਜਾਵਾਂਗੇ। ਅਤੇ ਉਹੀ ਜੀਵਨ ਅਸਲ ਜੀਵਨ ਹੋਏਗਾ ਜਦੋਂ ਇਹਨਾਂ ਵਾਸਨਾਵਾਂ ਵਿੱਚ ਰਹਿੰਦੇ ਹੋਏ ਅਸੀਂ ਨਿਰਲੇਪ ਹੋਵਾਂਗੇ। ਅੱਜ 21 ਤਰੀਕ ਹੈ, ਨਨਕਾਣਾ ਸਾਕਾ ਹੈ, ਜਦੋਂ ਲਕਸ਼ਮਣ ਸਿੰਘ ਧਾਰੋਵਾਲ ਨੇ ਜਾ ਕੇ ਮਹਾਨ ਸਾਦਤ ਦਿੱਤੀ। 2 ਜੱਥੇ ਤੁਰੇ ਸਨ, ਕਰਤਾਰ ਸਿੰਘ ਝੱਬਰ ਦਾ ਜੱਥਾ ਅਤੇ ਲਕਸ਼ਮਣ ਸਿੰਘ ਧਾਰੀਵਾਲ। ਇਹ 2 ਜੱਥੇ ਤੁਰੇ। ਕਰਤਾਰ ਸਿੰਘ ਨੂੰ ਰੋਕ ਲਿਆ ਗਿਆ ਅਤੇ ਜਿਹੜਾ ਲਕਸ਼ਮਣ ਸਿੰਘ ਧਾਰੋਵਾਲ ਸੀ ਉਹਦਾ ਜੱਥਾ ਨਹੀਂ ਰੁਕਿਆ। ਨਨਕਾਣਾ ਸਾਹਿਬ ਜਿਹੜਾ ਮਹੰਤ ਨਰਾਇਣ ਨੂੰ ਬੈਠਾ ਸੀ, ਜਿਸ ਨੇ ਗੁਰੂ ਘਰ ਦਾ ਨਿੱਤਾ ਪ੍ਰਤੀ ਆਪਣੇ ਢੰਗ ਨਾਲ ਗੁਰੂ ਘਰ ਦੀ ਬੇਅਦਬੀ ਕਰਦਾ ਸੀ, ਉਸ ਨੂੰ ਸੌਦਾ ਲਾਉਣ ਵਾਸਤੇ ਸ਼ਾਂਤਮਈ ਢੰਗ ਦੇ ਨਾਲ ਇਹਨਾਂ ਦਾ ਜੱਥਾ 20 ਤਰੀਕ ਸ਼ਾਮ ਨੂੰ ਜਾਂਦਾ ਹੈ। ਸਵੇਰੇ ਦੇ ਟਾਈਮ ਨਨਕਾਣਾ ਸਾਹਿਬ ਦੇ ਵਿੱਚ ਐਂਟਰੀ ਕਰਦੇ ਹਨ ਔਰ ਸਵੇਰੇ ਜਾ ਕੇ ਸ਼ਾਂਤਮਈ ਢੰਗ ਦੇ ਨਾਲ ਆਸਾ ਕੀ ਵਾਰ ਦਾ ਕੀਰਤਨ ਕਰਦੇ ਹਨ। ਮਹੰਤ ਅਤੇ ਗੁੰਡਿਆਂ ਨੇ ਲਕਸ਼ਮਣ ਸਿੰਘ ਧਾਰੋਵਾਲ ਦੇ ਸਾਰੇ ਜੱਥੇ ਨੂੰ ਗੋਲੀਆਂ ਦੇ ਨਾਲ ਪਹਿਲਾਂ ਭੁੰਨ ਦਿੱਤਾ, ਫਿਰ ਜੋ ਗੜਾਸਿਆਂ ਦੇ ਨਾਲ, ਟੋਕਿਆਂ ਦੇ ਨਾਲ ਉਹਨਾਂ ਦੇ ਟੋਟੇ ਟੋਟੇ ਕਰ ਦਿੱਤੇ ਕੀਰਤਨ ਕਰਦਿਆਂ ਨੂੰ, ਔਰ ਬੜੀ ਬੇਰਹਿਮੀ ਨਾਲ ਸਿੱਖਾਂ ਨੂੰ ਕਤਲ ਕੀਤਾ ਗਿਆ। ਉਹਨਾਂ ਸਿੱਖਾਂ ਨੇ ਸ਼ਹਾਦਤਾਂ ਪਾਈਆਂ। ਅੱਜ ਇਹ ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਹੈ, ਨਨਕਾਣਾ ਸਾਕਾ। ਅੱਜ ਜੈਤੋ ਦਾ ਮੋਰਚਾ ਜੋ ਕਿ 1924 ਦੇ ਵਿੱਚ ਲੱਗਿਆ ਸੀ, ਅੱਜ ਉਸ ਦਾ ਵੀ ਦਿਹਾੜਾ ਹੈ। ਅੱਜ ਪੰਜਾਬੀ ਮਹਾਂਬੋਲੀ ਦਾ ਅੱਜ ਦਿਵਸ ਹੈ। ਮੈਂ ਉਸ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦਾ ਹਾਂ। ਪੰਜਾਬੀ ਮਾਂ ਬੋਲੀ ਨੂੰ ਅਸੀਂ ਮਨਾਉਂਦੇ ਹਾਂ ਦਿਵਸ ਦੇ ਰੂਪ ਦੇ ਵਿੱਚ, ਪਰ ਇਹ ਮਨਾਣੀ, ਇਹ ਦਿਹਾੜੇ ਮਨਾਉਣੇ ਤਾਂ ਸਕਾਰਤ ਨੇ ਜੇ ਆਪਾਂ ਯਤਨ ਕਰੀਏ ਕਿ ਘਰਾਂ ਵਿੱਚ ਇਸ ਦਾ ਪ੍ਰਚਾਰ ਵੀ ਕਰੀਏ, ਆਪਣੇ ਬੱਚਿਆਂ ਨੂੰ ਇਸ ਦੇ ਬਾਰੇ ਕੁਝ ਜਾਣਕਾਰੀ ਦਈਏ। ਫਿਰ ਸਾਡੇ ਇਹ ਕਾਰਜ ਕੀਤੇ ਸਕਾਰਤ ਹਨ, ਇਹ ਪੋਸਟਾਂ ਪਾਉਣੀਆਂ ਸਕਾਰਤ ਹਨ, ਵਧਾਈਆਂ ਦੇਣੀਆਂ ਸਕਾਰਤ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ, ਗੁਰਮੁਖੀ ਲਿਪੀ ਨਾਲ ਜੋੜ ਰਹੇ ਹਾਂ। ਕਿਉਂਕਿ ਜੇ ਅੱਜ ਸਾਡੇ ਬੱਚੇ ਗੁਰਮੁਖੀ ਲਿਪੀ ਨਾਲ ਟੁੱਟ ਗਏ, ਅੱਜ ਆਪਣੇ ਉਹਨਾਂ ਲਫ਼ਜ਼ਾਂ ਨਾਲ ਟੁੱਟ ਗਏ, ਤਾਂ ਕੱਲ੍ਹ ਨੂੰ ਉਹ ਗੁਰਬਾਣੀ ਪੜ੍ਹਨਗੇ ਵੀ, ਹਿੰਦੀ 'ਚ ਪੜ੍ਹਨ, ਅੰਗਰੇਜ਼ੀ 'ਚ ਪੜ੍ਹਨ, ਪਰ ਜੋ ਗੱਲ ਗੁਰਮੁਖੀ ਲਿਪੀ ਵਿੱਚ ਪੜ੍ਹ ਕੇ ਸਮਝ ਆ ਸਕਦੀ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਆ ਸਕਦੀ। ਜੋ ਗੱਲ ਗੁਰਮੁਖੀ ਲਿਪੀ ਵਿੱਚ ਪੜ੍ਹ ਕੇ ਗੁਰਬਾਣੀ ਦੀ, ਜੋ ਲਫ਼ਜ਼ ਅੱਜ ਸਾਡੇ ਘਰਾਂ ਵਿੱਚੋਂ ਅਲੋਪ ਹੋ ਰਹੇ ਹਨ, ਉਹ ਗੁਰਬਾਣੀ ਵਿੱਚ ਉਦਾਹਰਨ ਰੂਪ 'ਚ ਲਿਖੇ ਹੋਏ ਨੇ। ਕਿੱਥੇ ਮਧਾਨੀ ਦੀ ਉਦਾਹਰਨ, ਕਿੱਥੇ ਗੁਰੂ ਸਾਹਿਬ ਜੀ ਨੇ ਭਾਂਡਿਆਂ ਦੇ ਵਿੱਚੋਂ ਉਦਾਹਰਨਾਂ ਦਿੱਤੀਆਂ, ਘਰ ਵਿੱਚੋਂ ਚੱਕੀ ਦੀ ਉਦਾਹਰਨ ਦਿੱਤੀ। ਇਸ ਤਰ੍ਹਾਂ ਦੀ ਬੇਅੰਤ ਉਦਾਹਰਨਾਂ ਗੁਰਬਾਣੀ ਵਿੱਚ ਨੇ। ਅੱਜ ਦੀ ਜਨਰੇਸ਼ਨ ਨੂੰ ਪੁੱਛੋ ਚੱਕੀ ਕੀ ਹੁੰਦੀ, ਪਤਾ ਹੀ ਨਹੀਂ ਹੈ। ਮਧਾਣੀ ਕੀ ਹੁੰਦੀ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਜੋ ਕਿ ਗੁਰਬਾਣੀ ਵਿੱਚ ਇਹ ਉਦਾਹਰਨਾਂ ਮਿਲਦੀਆਂ। ਇਸ ਕਰਕੇ ਯਤਨ ਕਰਿਆ ਕਰੋ ਕਿ ਆਪਣੇ ਜਿਹੜੇ ਬੋਲੇ ਨੇ ਜਾਂ ਆਪਣੀ ਭਾਸ਼ਾ ਦੇ ਜੋ ਅੰਸ਼ ਨੇ, ਜੋ ਗੁਰਬਾਣੀ ਵਿੱਚ ਉਦਾਹਰਨ ਰੂਪ ਦੇ ਵਿੱਚ ਦੇ ਕੇ ਸਾਨੂੰ ਧਰਮ ਦੀ ਸਿੱਖਿਆ ਦਿੱਤੀ ਗਈ ਹੈ, ਉਹਨਾਂ ਨਾਲ ਵੀ ਆਪਾਂ ਜੁੜੀਏ ਤਾਂ ਕਿ ਸਾਡੇ ਬੱਚਿਆਂ ਨੂੰ ਗੁਰਮੁਖੀ ਲਿਪੀ ਦੀ ਸਮਝ ਆ ਸਕੇ ਅਤੇ ਅਸੀਂ ਗੁਰਮਤਿ ਦੇ ਧਾਰਨੀ ਹੋ ਸਕੀਏ। ਸੋ ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।